ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता, गुर सतगुर संग कीरे हम थापे। तन तन गुरु नानक जन केरा, जित मिलिया चुकै सब सोग संतापै। जेता जियो पिंड सब तेरा, तू अंतरजामी पुरख भगवान। दासन दास कहे जन नानक, जेहा तू कराहे तेहा हऊँ करी वख्यान। वाहिगुरु जी का खालसा वाहिगुरु जी की फतेह। बाला प्रीतम धन गुरु हरकृष्ण साहिब सच्चे पातशाह जी दे मुबारक पवित्र चरण छरो प्राप्त अस्थान गुरुद्वारा बंगला साहिब विखे चवर छतर तख्त दे मालक वालिए दो जहान नदरे नायत धन धन गुरु ग्रंथ साहिब महाराज जी की पवित्र हजूरी दे विच जुड़ के गुरबाणी दे मनोर शब्द कीर्तन आसा दी वार दे आप जी ने अमृत वेले दे सुंदर दीवाना दे विच सरवण कीते हन। उपरंत लड़ीवार श्री गुरु ग्रंथ साहिब महाराज जी दी पावन जो विचार रोजाना आप जी सरवण करते हो, अज दे शब्द नूं सिंह साहिब ज्ञानी रणजीत सिंह जी होरा ने सरवण कराया है और नाल ही कुछ जरूरी गल्लां हदायतां सूचनावां आप जी नूं दित्तियां ने। आओ ये भी बहुत जरूरी है साडे वास्ते। कल गुरु ग्रंथ साहिब महाराज जी का गुरता गद्दी नशीनी पुरब है और ये वो पुरब है जिहड़ा सानू इन्ने वड्डे पद्धर ते मनाउणा चाहीदा है कि लोग देखण पुछण अज की गल है। अज बड़ी चहल पहल है, बड़ा उत्साह है ते दस सकीए कि जिस गुरु नूं असी रोज नतमस्तक हुंदे हां, जिस गुरु दे चरनां च नमस्कार करके सिख दा रोज दा जिहड़ा दिन है दिनचर्या है वो आरंभ हुंदी है, अज उस गुरु दा गुरता गद्दी नशीनी पुरब है। और जिस दे अंदर बाणी उपदेश सतगुरां ने रागबद्ध करके उच्चारण किया है, लिखिया है।
ਸਿੰਘ ਸਾਹਿਬ ਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਦਮ ਕੀਤਾ ਗਿਆ ਹੈ, ਇਹ ਬਹੁਤ ਜ਼ਰੂਰੀ ਸੀ। ਕਿਉਂਕਿ ਜਦੋਂ ਅਸੀਂ ਅੱਜ ਇਸ ਬਾਣੀ ਨੂੰ ਪੜ੍ਹਨ ਗਾਉਣ ਦਾ ਆਪਣੇ ਮਨਮੱਤੀ ਢੰਗ ਦੇ ਨਾਲ ਜੋ ਪ੍ਰਚਾਰ ਦੇਖ ਰਹੇ ਹਾਂ, ਫੈਲਾਓ ਦੇਖ ਰਹੇ ਹਾਂ, ਉਸ ਵੱਲ ਦੇਖ ਕਰਕੇ ਬੜਾ ਦੁੱਖ ਹੁੰਦਾ ਹੈ ਕਿ ਵਾਕਈ ਹੀ ਜਿਹੜੀ ਇਹ ਗੱਲ ਕਈਆਂ ਨੂੰ ਗੁੱਸਾ ਲੱਗਾ ਹੋਏਗਾ ਕਿ ਭਾਈ ਸਾਹਿਬ ਜੀ ਨੇ, ਸਿੰਘ ਸਾਹਿਬ ਜੀ ਨੇ ਕਿਹਾ ਕਿ ਕਿਹੜੇ ਸਵੇਰੇ ਹੀ ਮਿਰਜੇ ਗਾਉਣ ਲੱਗ ਪੈਂਦੇ ਨੇ। ਸੱਚ ਹੈ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ, ਕੋਈ ਝੂਠ ਨਹੀਂ ਹੈ। ਅਸੀਂ ਸਾਰੇ ਹੀ ਸੁਣਦੇ ਵੇਖਦੇ ਹਾਂ, ਜਾਣਦੇ ਹਾਂ, ਹਾਜ਼ਰੀਆਂ ਭਰਦੇ ਹਾਂ। ਇਹਦਾ ਕਾਰਨ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਸ਼੍ਰੇਣੀ ਵਿੱਚ ਆ ਗਏ ਜਿਨ੍ਹਾਂ ਨੇ ਇਹ ਸਮਝ ਲਿਆ ਲੋਕ ਜਾਣੇ ਇਹ ਗੀਤ ਹੈ, ਜਿਨ੍ਹਾਂ ਨੇ ਇਹ ਨਹੀਂ ਜਾਣਿਆ ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਵਿਚਾਰ ਹੈ। ਇਸ ਬ੍ਰਹਮ ਵਿਚਾਰ ਨੂੰ ਸਹਿਜ ਦੇ ਵਿੱਚ ਲੈਣਾ ਹੈ। ਇਹ ਨਹੀਂ ਕਿ ਹੁਲਾਰੇ ਚੜ੍ਹ ਜਾਈਏ, ਪਤਾ ਹੀ ਨਾ ਚੱਲੇ। ਉਹ ਜਿਹੜੀ ਗੱਲ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਤਤ ਦੂਰ ਰਹਿ ਜਾਵੇ, ਮੇਰੇ ਖਿਆਲ ਦੇ ਨਾਲ ਆਪਣੀ ਵਿਚਾਰ ਹੈ ਕਿ ਇਹ ਜਿਹੜੇ ਬਹੁਤੇ ਹੁਲਾਰਿਆਂ ਵਾਲੇ ਨੇ, ਜੇ ਇਹਨਾਂ ਨੂੰ ਪੁੱਛ ਲਓ ਨਾ ਕਿ ਇਹ ਜਿਹੜੀ ਪੰਕਤੀ ਗਾਇਨ ਕੀਤੀ ਜਾ ਰਹੀ ਇਹਦਾ ਮਤਲਬ ਕੀ ਹੈ, ਇਹਦਾ ਭਾਵ ਅਰਥ ਕੀ ਹੈ, ਤੇ ਸ਼ਾਇਦ ਉਹ ਦੱਸ ਨਾ ਸਕਣ। ਇਹ ਵਿਡੰਬਨਾ ਹੈ। ਇਹਨੂੰ ਕੇਵਲ ਗਾਉਣਾ ਹੀ ਨਹੀਂ ਹੈ, ਇਸ ਬ੍ਰਹਮ ਵਿਚਾਰ ਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ, ਇਹਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ। ਇਹ ਪੈਟਰਨ ਹੈ, ਜੀਵਨ ਜਿਉਣ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਜਿਸ ਤਰੀਕੇ ਤੇ ਜਿਸ ਜੁਗਤ ਜਿਹੀ ਦੁਨੀਆ ਦੇ ਅੰਦਰ ਕੋਈ ਹੋਰ ਜੁਗਤੀ ਨਹੀਂ ਹੈ ਜੀਵਨ ਸਫਲ ਕਰਨ ਵਾਸਤੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਇਹ ਉਹ ਜੁਗਤੀ ਹੈ ਜਿਹੜੀ ਅਸੀਂ ਸਮਝਣ ਵਾਸਤੇ ਗਾਉਣੀ ਹੈ, ਜਿਸ ਨੂੰ ਇੱਕ ਤਰੀਕੇ ਦੇ ਨਾਲ, ਇੱਕ ਬੈਲੈਂਸ ਦੇ ਨਾਲ ਗੁਰੂ ਸਾਹਿਬ ਜੀ ਨੇ ਰਾਗਾਂ ਦੇ ਵਿੱਚ ਉਚਾਰਨ ਕੀਤਾ ਹੈ। ਤਾਂ ਉਹਦੇ ਵਾਸਤੇ ਇਹ ਉਦਮ ਕੀਤਾ ਗਿਆ ਹੈ। ਬਹੁਤ ਸੁੰਦਰ ਉਦਮ ਹੈ। ਤੁਸੀਂ ਸਾਰੇ ਹੀ ਇਹਦੇ ਵਿੱਚ ਸਹਿਯੋਗੀ ਹੋਵੋ, ਕਿਉਂਕਿ ਸਾਡਾ ਕੌਮੀ ਫਰਜ਼ ਹੈ ਇਹ ਆਪਣੇ ਗੁਰੂ ਦੀ ਗੱਲ ਜਿਵੇਂ ਗੁਰੂ ਨੇ ਸਾਨੂੰ ਕਹੀ ਐਜ਼ ਇਟ ਇਜ਼ ਇਵੇਂ ਹੀ ਅਸੀਂ ਸੰਸਾਰ ਦੇ ਅੱਗੇ ਰੱਖਣੀ ਹੈ। ਉਹਨਾਂ ਨੇ ਰਾਗਾਂ ਦੇ ਵਿੱਚ ਪਾ ਕੇ ਇਸ ਪਦਾਰਥ ਨੂੰ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਭ ਉਧਾਰੋ। ਇਹ ਸਾਰਿਆਂ ਦਾ ਆਧਾਰ ਤੇ ਉਧਾਰ ਕਰਨ ਵਾਲੀ ਹੈ, ਕਲਿਆਣ ਕਰਨ ਵਾਲੀ ਹੈ। ਇਹਦਾ ਮੰਤਵ ਇਹ ਹੈ ਮਨੁੱਖੀ ਕਲਿਆਣਤਾ, ਮਾਨਵੀ ਕਲਿਆਣਤਾ, ਤੇ ਪ੍ਰਾਣੀ ਮਾਤਰ, ਮਨੁੱਖ ਮਾਤਰ ਤੱਕ ਇਹ ਪਹੁੰਚ ਸਕੇ। ਇਹਨੂੰ ਉਹਨਾਂ ਸਤਿਗੁਰਾਂ ਨੇ, ਉਹਨਾਂ ਮਹਾਨ ਸ਼ਖਸੀਅਤਾਂ ਨੇ ਜਿਵੇਂ ਉਚਾਰਿਆ ਹੈ ਉਵੇਂ ਹੀ ਉਚਾਰੀਏ। ਜਦੋਂ ਕਿ ਅਸੀਂ ਹਰ ਇੱਕ ਵਿਸ਼ੇ ਦੇ ਵਿੱਚ ਕੋਈ ਵਿਦਿਆਰਥੀ ਨੂੰ ਅਧਿਆਪਕ ਪੜ੍ਹਾਉਂਦਾ ਹੈ, ਸਿਖਾਉਂਦਾ ਹੈ, ਬੱਚੇ ਸਟੂਡੈਂਟ ਉਵੇਂ ਸਿੱਖਦੇ ਨੇ, ਉਵੇਂ ਪੜ੍ਹਦੇ ਨੇ, ਉਵੇਂ ਅੱਗੇ ਚੱਲਦੇ ਨੇ। ਪਰ ਇੱਕ ਸਾਡੀ ਇੱਕ ਇਹ ਕਿੱਡੀ ਵੱਡੀ ਗਲਤ ਫਹਿਮੀ ਹੈ ਕਿ ਜਿਵੇਂ ਗੁਰੂ ਨੇ ਸਾਨੂੰ ਕਿਹਾ ਅਸੀਂ ਉਹ ਛੱਡ ਕੇ ਆਪਣੀ ਰਾਹ ਚਲਾ ਲਏ, ਆਪਣੀਆਂ ਮਨਮਰਜ਼ੀਆਂ ਦੇ ਨਾਲ ਹੀ ਗਾਉਣ ਲੱਗ ਪਏ, ਕਰਨ ਲੱਗ ਪਏ। ਸੋ ਆਓ ਗੁਰੂ ਦੇ ਦੱਸੇ ਮਾਰਗ ਦੇ ਧਾਰਨੀ ਬਣੀਏ। ਜਿੰਨੀ ਦੇਰ ਤੱਕ ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ, ਗੁਰੂ ਦੇ ਦੱਸੀ ਵਾਟ ਮਾਰਗ ਦੇ ਉੱਪਰ ਨਹੀਂ ਚੱਲਦੇ, ਸਾਡਾ ਉਧਾਰ ਨਹੀਂ ਹੋ ਸਕਦਾ, ਕਲਿਆਣ ਨਹੀਂ ਹੋ ਸਕਦੀ। ਅੱਜ ਜੋ ਸ਼ਲੋਕ 2 ਅਤੇ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਇਹ ਗੌੜੀ ਰਾਗ ਦੇ ਅੰਦਰ ਉਚਾਰਨ ਕੀਤੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ ਸ਼ਲੋਕ 300
ਇੱਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੇ ਉੱਪਰ ਸੁਭਾਏਮਾਨ ਹੈ। 15ਵੀਂ ਪੌੜੀ ਤੇ ਸ਼ਲੋਕ ਨੇ। ਕੀ ਮਹਾਰਾਜ ਨੇ ਸਿੱਖਿਆ ਉਪਦੇਸ਼ ਦਿੱਤਾ ਹੈ ਇਹਦੇ ਵਿੱਚ, ਆਓ ਬੜੇ ਪ੍ਰੇਮ ਦੇ ਨਾਲ ਵਿਚਾਰ ਕੇ ਇਹਨਾਂ ਅਨਮੋਲਕ ਉਪਦੇਸ਼ਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਵਸਾਈਏ, ਤਾਂ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਹੋ ਸਕੇ, ਸਾਡਾ ਜੀਵਨ ਸਫਲ ਹੋ ਸਕੇ। ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਹੋਏ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ ਵਾਹਿਗੁਰੂ। ਸ਼ਲੋਕ ਮਹਿਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਤਿਸ ਹੈ ਪ੍ਰਾਪਤ ਨਾਨਕਾ, ਜਿਸਨੂੰ ਲਿਖਿਆ ਆਏ। ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਇਹ ਬੜੀ ਵੱਡੀ ਪ੍ਰਾਪਤੀ ਹੈ। ਇਸ ਦੇਹੀ ਕੋ ਤਰਸੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਵੀ ਨੂੰ ਮਹਾਰਾਜ ਨੇ ਲਿਖਿਆ ਹੈ ਕਿ ਦੇਵਤੇ ਵੀ ਤਰਸਦੇ ਨੇ। ਅਸੀਂ ਇਹਨੂੰ ਐਵੇਂ ਸਮਝ ਛੱਡਿਆ ਹੈ, ਇਹ ਐਵੇਂ ਨਹੀਂ ਹੈ। ਇਹ ਦੇਹੀ, ਇਹ ਸਰੀਰ ਖਾਧਾ ਪੀਤਾ, ਮੌਜਾਂ ਮਾਣੀਆਂ, ਸੰਸਾਰਿਕ ਸੁੱਖ ਸਹੂਲਤਾਂ ਹੰਡਾਈਆਂ ਤੇ ਆਪਣਾ ਜੀਵਨ ਭੋਗ ਕੇ ਸੰਸਾਰ ਤੋਂ ਚਲੇ ਗਏ। ਇਸ ਜੀਵਨ ਦਾ ਕੋਈ ਮਕਸਦ ਹੈ, ਏਮ ਹੈ। ਤੁਸੀਂ ਰੋਜ਼ ਰਹਿਰਾਸ ਸਾਹਿਬ ਸੋਦਰ ਦੀ ਬਾਣੀ ਦੇ ਵਿੱਚ ਇਹ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ, ਪਰਮਾਤਮਾ ਨੂੰ ਮਿਲਣ ਦਾ ਸਮਾਂ ਹੈ। ਇਸ ਵਾਸਤੇ ਇਹ ਦੇਵਰੀ, ਇਹ ਸਰੀਰ ਜਿਹੜਾ ਹੈ ਮਿਲਿਆ ਹੈ। ਤੇ ਨਾਲ ਕਹਿਤਾ ਮਹਾਰਾਜ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਜਿੰਨੇ ਵੀ ਤੂੰ ਨਾਮ ਨੂੰ ਛੱਡ ਕੇ, ਵਾਹਿਗੁਰੂ ਦੀ ਯਾਦ ਨੂੰ ਛੱਡ ਕੇ ਕਰਮ ਕਰਦਾ ਹੈ, ਉਹ ਕਰਮ ਕਾਂਡ, ਉਹ ਕਰਮ ਜਿਹੜੇ ਨੇ ਉਹ ਤੇਰੇ ਕਿਸੇ ਕੰਮ ਨਹੀਂ। ਤੂੰ ਇਹਨਾਂ ਕਰਮਾਂ ਨੂੰ ਛੱਡ, ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਹਰੀ ਦੀ ਕੀਰਤੀ ਹੀ ਸਿਰ ਕਰਮਨ ਕੇ ਕਰਮਾ ਹੈ, ਸਾਰਿਆਂ ਕਰਮਾਂ ਦੇ ਨਾਲੋਂ ਸ੍ਰੇਸ਼ਟ ਹੈ। ਹੁਣ ਇਹਨਾਂ ਕਰਮਾਂ ਦਾ ਜਿਹੜਾ ਸੰਸਾਰੀ ਦੁਨਿਆਵੀ ਜਾਂ ਅਨਮਤਾਂ ਦੇ ਵਿੱਚ ਲੋਕ ਕਰਦੇ ਨੇ, ਬਾਣੀ ਦੇ ਵਿੱਚ ਵੀ ਸੁਚੇਤ ਕੀਤਾ ਗਿਆ ਹੈ। ਮਹਾਰਾਜ ਨੇ ਸਾਨੂੰ ਸਮਝਾਇਆ ਹੈ ਉਹ ਕਿਹੜੇ ਕਿਹੜੇ ਕਰਮ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿੰਦੇ ਨੇ ਮਹਾਰਾਜ ਕਿ ਇਹ ਜਿੰਨੇ ਵੀ ਕਰਮ ਨੇ, ਤੀਰਥਾਂ ਦੇ ਰਟਨ ਨੇ, ਕੋਈ ਨੰਗੇ ਪੈਰੀ ਫਿਰ ਰਿਹਾ ਹੈ, ਕੋਈ ਭੁੱਖੇ ਰਹਿ ਕਰਕੇ ਸੋਚਦਾ ਹੈ ਕਿ ਮੈਨੂੰ ਸ਼ਾਇਦ ਰੱਬ ਮਿਲ ਜਾਵੇ, ਪਰਮਾਤਮਾ ਮਿਲ ਜਾਵੇ। ਭੁੱਖੇ ਰਹਿ ਕੇ ਕੋਈ ਮੇਰੇ ਵਰਗਾ ਮੋਟਾ ਤਾਜ਼ਾ ਉਹਦਾ ਸਰੀਰ ਤੇ ਠੀਕ ਹੋ ਸਕਦਾ ਹੈ, ਪਰ ਜੇ ਉਹਨੂੰ ਕਹੀਏ ਕਿ ਪਰਮਾਤਮਾ ਮਿਲ ਜਾਵੇ, ਉਹ ਨਹੀਂ ਮਿਲ ਸਕਦਾ। ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ, ਗੁਰਬਾਣੀ ਦੇ ਵਿੱਚ ਇਹ ਸ਼ਬਦ ਨੇ। ਹੋਰ ਵੀ ਬਹੁਤ ਸਾਰੇ ਐਸੇ ਕਰਮ ਨੇ, ਤੇ ਪਾਤਸ਼ਾਹ ਜੀ ਨੇ ਇੱਕ ਪੰਕਤੀ ਦੇ ਵਿੱਚ ਹੀ ਉਹਨਾਂ ਦਾ ਨਿਬੇੜਾ ਕਰਕੇ ਕਹਿ ਦਿੱਤਾ ਕਿ ਤੂੰ ਇਹਨਾਂ ਕਰਮਾਂ ਨੂੰ ਛੱਡ ਕੇ ਜਿਹੜਾ ਕਰਮ ਕਰਨ ਵਾਲਾ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਉਹ ਕਰ। ਤੇ ਅਰਦਾਸ ਕਰ ਵਾਹਿਗੁਰੂ ਦੇ ਅੱਗੇ ਕਿ ਹੇ ਪ੍ਰਭੂ, ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ ਦੇ ਵਿੱਚ ਪਿਆ ਹਾਂ। ਮੈਂ ਬੜੇ ਕਰਮ ਕਰਕੇ ਵੇਖ ਲਏ ਨੇ, ਜੇ ਕਿਸੇ ਨੇ ਨਹੀਂ ਵੀ ਕੀਤੇ ਤੇ ਦੂਜੇ ਜਿਹੜੇ ਕਰਨ ਵਾਲੇ ਨੇ ਉਹਨਾਂ ਵੱਲ ਵੇਖ ਲਓ ਕਿ ਉਹਨਾਂ ਨੂੰ ਕੋਈ ਪ੍ਰਾਪਤੀ ਹੋਈ ਹੈ।
ਉਹਦੇ ਅੱਗੇ ਅਰਦਾਸ ਕਰੀਏ ਕਿ ਮੈਂ ਤੇਰੇ ਦਰ ਤੇ ਢਹਿ ਪਿਆ ਹਾਂ, ਮੈਨੂੰ ਵਿਵੇਕ ਦਿਓ, ਮੈਨੂੰ ਬੁੱਧੀ ਦਿਓ, ਮੈਨੂੰ ਸਦ ਬੁੱਧੀ ਬਖਸ਼ੋ, ਉਹ ਮੱਤ ਦਿਓ ਜਿਸ ਮੱਤ ਦੇ ਨਾਲ ਮੈਂ ਤੁਹਾਨੂੰ ਹਰ ਵੇਲੇ ਚੇਤੇ ਰੱਖ ਸਕਾਂ, ਯਾਦ ਰੱਖ ਸਕਾਂ, ਆਤਮਿਕ ਜੀਵਨ ਤੁਹਾਡੇ ਨਾਮ ਦੇ ਨਾਲ ਜੁੜ ਕੇ ਜੀ ਸਕਾਂ। ਮੈਂ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾਂ, ਇਹ ਮੈਨੂੰ ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ, ਰੇਨ ਪੱਗ ਸਾਧਾ। ਗੁਰਮੁਖਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਇਹ ਸੋਝੀ ਬਖਸ਼ ਦਿਓ ਨਾਮ ਦੇ ਨਾਲ ਜੁੜਨ ਦੀ। ਆਤਮਿਕ ਜੀਵਨ ਸਿੱਖ ਦਾ, ਮਨੁੱਖ ਦਾ ਪ੍ਰਮਾਤਮਾ ਦੇ ਇੱਕ ਪ੍ਰਭੂ ਦੀ ਯਾਦ ਦੇ ਨਾਲ, ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹੈ। ਉਸ ਤੋਂ ਬਿਨਾਂ ਜੀਵਨ ਵਿਅਰਥ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਤੂੰ ਇਹਦੀ ਸਫਲਤਾ ਵਾਸਤੇ ਨਾਮ ਦੇ ਨਾਲ ਜੁੜ। ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ, ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੇਖੋ ਸ਼ਬਦ ਲਿਖਿਆ ਕੇਵਲ ਨਾਮ, ਕੁਛ ਹੋਰ ਵੀ ਲਿਖ ਸਕਦੇ ਸੀ ਵੀ ਸੰਗਤ ਵਿੱਚ ਆ ਕਰਕੇ ਆਹ ਕਰਮ ਕਰਿਆ ਕਰ। ਉਹਨਾਂ ਨੇ ਕਿਹਾ ਕੇਵਲ ਨਾਮ। ਨਾਨਕ ਕਹਿ ਘਰ ਕੇਵਲ ਨਾਮ। ਕੇਵਲ ਇੱਕ ਰੱਬੀ ਨਾਮ ਨੂੰ ਹੀ ਮਾਨਤਾ ਹੈ ਗੁਰੂ ਦੇ ਘਰ ਦੇ ਵਿੱਚ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਵਾਸਤੇ ਮਨੁੱਖਾ ਜਨਮ ਤਾਂ ਹੀ ਸਫਲ ਹੈ ਜੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ, ਨਾਮ ਦੇ ਨਾਲ ਜੁੜੀਏ। ਹੁਣ ਇਸ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਇੱਕ ਤਾਂ ਬੱਤਰ ਦੀ ਗੱਲ ਕੀਤੀ ਹੈ, ਇਹਨੂੰ ਇੱਕ ਫਸਲ ਦੇ ਨਾਲ, ਜਿਵੇਂ ਕਿਸਾਨ ਫਸਲ ਬੀਜਦਾ ਹੈ ਆਪਣੀ ਜ਼ਮੀਨ ਦੇ ਵਿੱਚ, ਕਦੋਂ ਬੀਜਦਾ ਹੈ? ਜਦੋਂ ਢੁਕਵਾਂ ਸਮਾਂ ਹੁੰਦਾ ਹੈ। ਵੱਤ ਸ਼ਬਦ ਜਿਹੜਾ ਜਾਂ ਵੱਤਰ ਸ਼ਬਦ ਜਿਹੜਾ ਹੈ, ਇਹ ਢੁਕਵੇਂ ਸਮੇਂ ਨੂੰ, ਯੋਗ ਸਮੇਂ ਨੂੰ ਕਹਿੰਦੇ ਨੇ, ਯੋਗ ਸਮਾਂ। ਹੁਣ ਜੀਵਨ ਦੇ ਵਿੱਚ ਯੋਗ ਸਮਾਂ ਕਿਹੜਾ, ਸੰਸਾਰ ਦੇ ਵਿੱਚ ਯੋਗ ਸਮਾਂ ਕਿਹੜਾ ਹੈ, ਕਿਹੜੀ ਜੂਨ ਹੈ, ਉਹਦੇ ਬਾਰੇ ਮਹਾਰਾਜ ਕਹਿੰਦੇ ਨੇ ਵੱਤ ਲੱਗੀ ਸੱਚੇ ਨਾਮ ਕੀ। ਸੱਚੇ ਨਾਮ ਨੂੰ ਬੀਜਣ ਦੀ ਘੜੀ ਹੈ, ਸੱਚੇ ਨਾਮ ਨੂੰ ਬੀਜਣ ਦਾ ਸਮਾਂ ਮਿਲ ਗਿਆ ਹੈ। ਪ੍ਰਮਾਤਮਾ ਨੇ ਬਖਸ਼ਿਆ ਹੈ, ਬੱਤਰ ਬਖਸ਼ਿਆ ਹੈ, ਵੱਤ। ਇਹ ਯੋਗ ਸਮਾਂ ਹੈ। ਕਿਹੜਾ ਯੋਗ ਸਮਾਂ ਹੈ? ਜਿਹੜਾ ਅਸੀਂ ਪੜ੍ਹਿਆ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਮਨੁੱਖਾ ਦੇਹੀ, ਮਨੁੱਖੀ ਸਰੀਰ, ਇਹ ਯੋਗ ਸਮਾਂ ਹੈ। ਨਾਮ ਰੂਪੀ ਫਸਲ ਨੂੰ, ਨਾਮ ਰੂਪੀ ਬੀਜ ਨੂੰ ਬੀਜਣ ਦਾ ਇਹ ਯੋਗ ਸਮਾਂ ਹੈ, ਹੋਰ ਕੋਈ ਸਮਾਂ ਨਹੀਂ ਹੈ। ਕਿਸੇ ਜੂਨ ਦੇ ਵਿੱਚ ਨਹੀਂ ਬੀਜ ਸਕਦੇ ਤੁਸੀਂ। ਕੋਈ ਪਸ਼ੂ ਹੋਏ, ਕਬੀਰ ਸਾਹਿਬ ਮਹਾਰਾਜ ਜੀ ਦੇ ਸ਼ਬਦ ਨੇ, ਉਹਨਾਂ ਨੇ ਲਿਖਿਆ ਹੈ, ਜਦੋਂ ਸਿਰ ਤੇ ਦੋ ਸਿੰਗ ਹੋਣ, ਮੂੰਹ ਤੋਂ ਬੋਲ ਨਾ ਸਕਦਾ ਹੋਵੇ, ਚਾਰ ਪੈਰਾਂ ਵਾਲਾ ਬੈਲ ਦੀ ਉਦਾਹਰਣ ਦਿੱਤੀ ਉਹਨਾਂ ਨੇ। ਉਹਨਾਂ ਨੇ ਲਿਖਿਆ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਜਦੋਂ ਉੱਠਦਿਆਂ ਬੈਠਦਿਆਂ ਮਾਲਕ ਨੇ ਆਣ ਕਰਕੇ ਗੋਡਾ ਮਾਰ ਕੇ ਠਾਉਣਾ ਹੈ, ਆਰਾਮ ਵੀ ਨਹੀਂ ਕਰਨ ਦੇਣਾ, ਕਿ ਫਿਰ ਸੁੱਕਾ ਘਾਹ ਅੱਗੇ ਪੈਣਾ ਹੈ। ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦਿਆਂ, ਚਰਗਾਹਾਂ ਦੇ ਵਿੱਚ ਚਰਦਿਆਂ ਫਿਰ ਵੀ ਪੇਟ ਨਹੀਂ ਭਰਨਾ। ਸਾਰਾ ਦਿਨ ਫਿਰਤ ਬਨ ਮਹੀਆ, ਅਜੂ ਨਾ ਪੇਟ ਅਗਈ ਹੈ।
ਇਹਦਾ ਕਹਿੰਦੇ ਨੇ ਇਹਦਾ ਕਾਰਨ ਤਾਂ ਹੀ ਹੈ, ਇਹੀ ਹੈ ਕਾਰਨ ਕਿ ਜਨ ਭਗਤਨ ਕੋ ਕਹਿਓ ਨਾ ਮਾਨੇ, ਕੀਆ ਆਪਣਾ ਪਈ ਹੈ। ਇਹ ਮਹਾਂਪੁਰਖਾਂ ਦਾ ਆਖਾ ਨਾ ਮੰਨਣ ਕਰਕੇ, ਉਹਨਾਂ ਦੇ ਆਖੇ ਨਾ ਲੱਗਣ ਕਰਕੇ ਹੀ ਇਦਾਂ ਦੀ ਹਾਲਤ ਹੁੰਦੀ ਹੈ ਵੀ ਉਸ ਜਨਮ ਦੇ ਵਿੱਚ ਭਾਵੇਂ ਉਹ ਕੋਈ ਗਾਂ ਦਾ ਹੋਵੇ, ਚਾਹੇ ਉਹ ਬੈਲ ਦਾ ਹੋਵੇ, ਜਾਂ ਕਿਸੇ ਮੱਝ ਦਾ, ਕਿਸੇ ਵੀ ਜਾਨਵਰ ਦਾ, ਪਸ਼ੂ ਦਾ, ਕੋਈ ਵੀ ਸਮਾਂ ਹੋਵੇ, ਉਹ ਵੱਤਰ ਨਹੀਂ ਹੈ। ਕੇਵਲ ਮਨੁੱਖਾ ਜੀਵਨ ਹੀ ਵੱਤਰ ਹੈ। ਫਿਰ ਬੇਨਤੀ ਨੂੰ ਸਮਝੋ, ਇਸ ਸ਼ਲੋਕ ਵਿੱਚ ਵੱਤਰ ਕਿਹੜਾ ਹੈ? ਮਨੁੱਖਾ ਜਨਮ। 184 ਭਰਮ ਤਿਆਂ ਦੁਲਭ ਜਨਮ ਪਾਇਓ ਏ। ਇਹ ਕਈਆਂ ਜੂਨਾਂ ਦੇ ਵਿੱਚ ਭਟਕਣ ਤੋਂ ਬਾਅਦ ਮਿਲਿਆ ਹੈ ਜੀਵਨ। ਇਸ ਕਰਕੇ ਇਹਨੂੰ ਅਹਿਮ ਹੈ, ਅਹਿਮੀਅਤ ਦਿੱਤੀ ਗਈ ਹੈ। ਹੋਰ ਕਿਸੇ ਜੂਨ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਪਸ਼ੂ ਪੰਛੀ ਬੜੇ ਨੇ, ਬੜੇ ਸੁੰਦਰ ਨੇ, ਉਸ ਦੀ ਰਚਨਾ ਉਸ ਮਾਲਕ ਦੀ। ਪਰ ਜੇ ਕੋਈ ਨਾਮ ਬੀਜ ਬੀਜਣਾ ਚਾਹਵੇ ਤਾਂ ਇਸ ਜਨਮ ਦੇ ਵਿੱਚ, ਇਸ ਵੱਤਰ ਦੇ ਵਿੱਚ ਹੀ, ਇਸ ਵੱਤ ਵਿੱਚ, ਇਸ ਯੋਗ ਸਮੇਂ ਦੇ ਵਿੱਚ ਹੀ ਬੀਜ ਸਕਦਾ ਹੈ। ਮਨੁੱਖਾ ਜੀਵਨ ਹੀ ਉਹ ਯੋਗ ਸਮਾਂ ਹੈ ਜਿਹਦੇ ਵਿੱਚ ਆਤਮਿਕ ਜੀਵਨ ਦੀ ਖੇਤੀ ਕੀਤੀ ਜਾ ਸਕਦੀ ਹੈ, ਹੋਰ ਕੋਈ ਨਹੀਂ ਹੈ। ਇਸ ਕਰਕੇ ਪਾਤਸ਼ਾਹ ਨੇ ਕਿਹਾ ਕਿ ਹੁਣ ਵੱਤ ਲੱਗੀ ਹੈ ਸੱਚੇ ਨਾਮ ਨੂੰ ਬੀਜਣ ਦੀ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਕਹਿੰਦੇ ਮਹਾਰਾਜ, ਮਤਾਂ ਕਿਸੇ ਭਰਮ ਦੇ ਵਿੱਚ ਭੁੱਲ ਜਾਵੋ, ਕਿਸੇ ਹੋਰ ਸਮੇਂ ਦੇ ਵਿੱਚ ਇਸ ਬੀਜ ਨੂੰ ਬੀਜ ਸਕਾਂਗੇ, ਕਿਸੇ ਹੋਰ ਜੂਨ ਦੇ ਵਿੱਚ, ਕਿਸੇ ਹੋਰ ਜਨਮ ਦੇ ਵਿੱਚ ਬੀਜ ਬੀਜ ਸਕਾਂਗੇ, ਨਹੀਂ ਬੀਜ ਸਕੋਗੇ। ਅਬ ਹੁਣ ਹੀ ਸਮਾਂ ਆਇਆ ਹੈ, ਇਹ ਮਨੁੱਖਾ ਜੀਵਨ ਮਿਲਿਆ ਹੈ, ਨਾਮ ਬੀਜਣ ਵਾਸਤੇ ਮਿਲਿਆ ਹੈ। ਤੇ ਵੱਤ ਨੂੰ ਜਿਹੜਾ ਲਗਾ ਦਿੰਦਾ ਹੈ ਨਾ ਕਿਸਾਨ, ਉਹਨੂੰ ਸਫਲ ਕਿਸਾਨ ਨਹੀਂ ਸਮਝਿਆ ਜਾਂਦਾ। ਜਿਹੜਾ ਫਸਲ ਬੀਜਣ ਦਾ ਸਮਾਂ ਹੋਵੇ, ਵੱਤਰ ਹੋਵੇ, ਤੇ ਉਹਨੂੰ ਲਗਾ ਦੇਵੇ, ਉਸ ਤੋਂ ਬਾਅਦ ਪਛਤਾਵਾ ਹੀ ਰਹਿ ਜਾਂਦਾ ਹੈ ਉਹਦੇ ਕੋਲ। ਤਾਂ ਹੀ ਮਹਾਰਾਜ ਨੇ ਕਿਹਾ, ਭਜੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹਾ। ਇਹ ਲਾਹਾ ਹੈ ਮਨੁੱਖਾ ਜਨਮ ਦਾ, ਇਸ ਵੱਤਰ ਦਾ ਇਹ ਲਾਭ ਹੈ। ਉਸ ਵਾਹਿਗੁਰੂ ਨੂੰ ਭਜੋ, ਉਸ ਪਰਮਾਤਮਾ ਨੂੰ ਸਿਮਰੋ, ਉਸ ਨੂੰ ਯਾਦ ਰੱਖੋ, ਚੇਤੇ ਰੱਖੋ। ਜੇ ਹੁਣ ਨਾ ਭਜਿਆ ਸਿਮਰਿਆ, ਕੋਈ ਹੋਰ ਸਮਾਂ ਨਹੀਂ। ਅਬ ਨਾ ਭਜਸ ਭਜਸ ਤਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ, ਜੋ ਆਖਰੀ ਸਵਾਸ ਆ ਗਏ, ਫਿਰ ਭਜ ਲਵਾਂਗੇ, ਸਿਮਰ ਲਵਾਂਗੇ। ਜੇ ਹੁਣ ਨਾ ਭਜਿਆ, ਜੇ ਹੁਣ ਨਾ ਸਿਮਰਿਆ, ਰਹਿੰਦੇ ਸਵਾਸਾਂ ਦੇ ਵਿੱਚ ਨਾ ਸਿਮਰਿਆ, ਤੇ ਜਦੋਂ ਸਵਾਸ ਮੁੱਕ ਗਏ, ਖਤਮ ਹੋ ਗਏ, ਉਦੋਂ ਕਿਵੇਂ ਭਜਾਂਗੇ, ਕਿਵੇਂ ਸਿਮਰਾਂਗੇ? ਹੋਰ ਕੋਈ ਸਮਾਂ ਨਹੀਂ ਹੈ। ਇਸ ਵਾਸਤੇ ਇਸ ਸਮੇਂ ਦੀ ਨਜ਼ਾਕਤ ਨੂੰ ਸਮਝੋ। ਅੱਜ ਸਮਾਂ ਅਸੀਂ ਜਦੋਂ ਕੌਮ ਵੱਲ ਵੇਖਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਆਲਾ ਦੁਆਲਾ ਸਾਡਾ ਕਿੱਦਾਂ ਦਾ ਹੋ ਚੁੱਕਾ ਹੈ। ਇਹੋ ਜਿਹੇ ਦੌਰ ਦੇ ਵਿੱਚ, ਇਹੋ ਜਿਹੇ ਸਮੇਂ ਦੇ ਵਿੱਚ ਇੱਕ ਗੁਰਬਾਣੀ ਹੀ, ਗੁਰੂ ਦਾ ਸ਼ਬਦ ਹੀ ਆਸਰਾ ਹੈ, ਜਿਸ ਦੇ ਨਾਲ ਜੁੜ ਕੇ ਅਸੀਂ ਆਪਣੇ ਆਤਮਿਕ ਤਵਾਜ਼ਨ ਨੂੰ, ਆਪਣੇ ਬੈਲੈਂਸ ਨੂੰ, ਮਾਨਸਿਕ ਬੈਲੈਂਸ ਨੂੰ ਬੈਲੈਂਸ ਰੱਖ ਸਕਦੇ ਹਾਂ, ਬਰਕਰਾਰ ਰੱਖ ਸਕਦੇ ਹਾਂ। ਟੈਨਸ਼ਨਾਂ ਤੋਂ, ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹਾਂ। ਬਹੁਤ ਚਿੰਤਾਵਾਂ ਨੇ, ਬਹੁਤ ਫਿਕਰ ਨੇ, ਬੜੇ ਝੋਰੇ ਨੇ ਜ਼ਿੰਦਗੀ ਦੇ ਵਿੱਚ। ਅੱਜ ਦੇ ਯੁੱਗ ਦੇ ਵਿੱਚ ਇਹਨਾਂ ਝੋਰਿਆਂ, ਇਹਨਾਂ ਚਿੰਤਾਵਾਂ ਤੋਂ, ਇਹਨਾਂ ਟੈਨਸ਼ਨਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਹੀ ਸਤਿਗੁਰੂ ਦਾ ਇਹ ਦੱਸਿਆ ਹੋਇਆ ਨੁਕਤਾ ਹੈ। ਨਾਮ ਬੀਜ ਬੀਜੀਏ, ਨਾਮ ਦੇ ਨਾਲ ਜੁੜੀਏ, ਧੁਰ ਕੀ ਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਨਿਤਨੇਮ ਕਰੀਏ। ਇਹ ਬਾਣੀ ਸਾਨੂੰ ਇਹਨਾਂ ਸਾਰੀਆਂ ਚਿੰਤਾਵਾਂ ਤੋਂ ਦੂਰ ਲੈ ਜਾਵੇਗੀ, ਮੁਕਤ ਕਰ ਦੇਵੇਗੀ।
गुरु गोबिंद सिंह सच्चे पातशाह जी ने जदों गुरु ग्रंथ साहिब जी नूं गुरता गद्दी ते विराजमान किया ना, उस तो पहलां दा एक बड़ी छोटी जी घटना है पर बड़ी अहम है। उन्होंने सिखां नूं नाल लिया। एक वड्डे तीर अंदाज सतगुरु शस्त्र विद्या दे वेता धनी तीर चिल्ले दे विच चढ़ाया ते ओ तीर आकाश वाल नूं ओदी मुखी करके छड्डण लगे। छड्डण तो पहला एक बचन किया, कहण लगे सिखो मैं एक ये तीर छड्डण लगा हाँ। कहण लगे ये तीर जिथे भी गिरे ना तुसीं इस नूं लैके आउणा है। सावधान हो गए सारे। महाराज ने तीर छड्ड दिता, पर तीर जिवें साखी इतिहास लिखिया है वो तीर जमीन ते नहीं आया, चारे पासे लभदे रहे सिखां ने, क्योंकि आकाश वाल नूं जदों तीर छड्डिया जांदा, जिथे छड्डिया जांदा है उत्थे ही आके वो गिरदा है, पर तीर नहीं जमीन ते नहीं आया, ना ही गिरिया। काफ़ी देर मशक्कत करन तो बाद, देखण तो बाद, आले दुआले लभण तो बाद थक हार के महाराज दे कोल आ गए। कहण लगे महाराज तीर नहीं मिलिया। गुरु साहब कहंदे ने देखो फिर चंगी तरह पाल करो। देख करके हार थक के कहण लगे महाराज नहीं। पातशाह फिर सिख समझ गए कि इहदे विच कोई जुगत है जो सानू समझाउणा चाहुंदे ने। उन्होंने कहा महाराज किरपा करके दसो इस तीर नूं छड्डण दे विच ते सानू लभण लई आखण दे विच की राज है। महाराज ने आखिया भाई सिखो ये तीर तुसी लभदे भी ते नहीं सी लभना, क्योंकि मैं तीर दे नाल होमा दा पंख जिहड़ा है वो एक होमा पंछी है, ਉਹਦਾ खंभ जोड़िया सी, जो कहा जाता है कि ये आकाश दे विच ही रहिंदा है, हुमा जमीन ते नहीं आउंदा। इहदे नाल उन्होंने एक बहुत वड्डी गल समझाई। कहण लगे तुहाडी सुरत जिहड़ी है ये तीर है, ते इस सुरत दे नाल शब्द नूं हुमा दा पंख जिहड़ा है बन दिता है। शब्द बाणी सिक्ख्या उपदेश, इस बाणी दे नाल इस शब्द दे नाल जिहड़ा भी तीर जुड़ जाता है, जिहदी भी सुरत जुड़ जाती है, ये बाणी रूपी हुमा पंख अपने देश विच लै जाती है। आत्मिक मंडलां दे विच, आत्मिक उचाइयां दे विच उस सुरत नूं लै जाती है। बाणी दे नाल जोड़ दिता है तुहानूं मैं, इहदे नाल जुड़े रहना, शब्द दे नाल जुड़े रहना। शब्द तो बिना कोई होर आसरा परना ना तकना। तुर की बाणी आई तिन सगली चिंत मिटाई, ये सारियां चिंतावां नूं मिटाउण वाली है। इहदे नाल जुड़ांगे, नाम दे नाल जुड़ांगे, कोई चिंता नहीं मन दे विच रहेगी, कोई सोग नहीं रहेगा मन दे विच। ते पातशाह कहंदे ने उस मालिक नूं हर वेले याद रखोगे, भजोगे, सिमरोगे, जीवन जिहड़ा है सफल हो जाएगा। यही एक वत्तर है, यही एक समा है, यही तेरी अवसर, यही तेरी बार। घट भीतर तू देख विचार, अपने मन विच झाती मार के वेख ले, विचार के वेख ले। इस तो इलावा होर कोई समा नहीं है। ये मनुखा जीवन ही जिहड़ा है ये इस नाम फसल बीज नूं बीजण वाला समा है। महाराज वो सानू समझा रहे ने, वत लगी सच्चे नाम की जो बीजे सो खाए। इस वत्तर दे विच, इस मनुखा जीवन दे विच जिहड़ा नाम बीजेगा वो खावेगा, क्योंकि ये नियम है जमीन दे विच किसान जिहड़ा फसल बीजदा है
ਉਹੀ ਫਸਲ ਉਹਨੂੰ ਵੱਢਣੀ ਪੈਂਦੀ ਹੈ। ਚੰਗੀ ਬੀਜ ਲਵੇ, ਮੰਦੀ ਬੀਜ ਲਵੇ। ਕਰਮ ਖੇਤਰ ਦੇ ਵਿੱਚ ਇੱਕ ਬੜਾ ਸੁੰਦਰ ਸਲੋਕ ਬਾਬਾ ਫਰੀਦ ਜੀ ਦਾ ਹੈ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੇ, ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਜ਼ਮੀਨ ਵਿੱਚ ਜ਼ਿਮੀਂਦਾਰ ਜੱਟ ਆਪਣੇ ਖੇਤ ਦੇ ਵਿੱਚ ਕਿੱਕਰ ਦੇ ਬੀਜ ਬੀਜ ਕੇ ਆਸ ਰੱਖੇ ਉਹਦੇ ਤੋਂ ਕਿ ਮੈਨੂੰ ਬਿਜੌਰ ਦੇਸ਼ ਦੀਆਂ ਮਿੱਠੀਆਂ ਦਾਖਾਂ ਮਿਲ ਜਾਣ, ਨਹੀਂ ਮਿਲਣਗੀਆਂ। ਕਿੱਕਰ ਬੀਜੇ ਨੇ, ਕੰਡੇ ਲੱਗਣਗੇ ਕਿੱਕਰ ਦੇ ਬੀਜਾਂ ਨੂੰ। ਕਪਾਹ ਦੇ ਬੀਜ ਬੀਜੇ ਨੇ, ਰੂੰ ਮਿਲੇਗਾ, ਕਪਾਹ ਮਿਲੇਗੀ, ਸੂਤਰ ਮਿਲੇਗਾ। ਜੇ ਉਹ ਕਹੇ ਕਿ ਉਹਦੇ ਤੋਂ ਉਸ ਨੂੰ ਰੇਸ਼ਮ ਮਿਲ ਜਾਵੇ ਤੇ ਨਹੀਂ ਮਿਲੇਗਾ। ਨਾਮ ਬੀਜਿਆ ਹੈ, ਨਾਮ ਦੀ ਫਸਲ ਆਤਮਿਕ ਹੁਲਾਰਾ ਦੇਵੇਗੀ। ਆਤਮਿਕ ਜੀਵਨ ਦੇ ਸੁਖਦ ਫਲ ਜਿਹੜੇ ਨੇ ਉਹ ਨਾਮ ਦੇ ਵਿੱਚੋਂ ਮਿਲਣਗੇ। ਤੇ ਜੇ ਕੋਈ ਹੋਰ ਕਰਮ ਬੀਜਿਆ ਹੈ, ਕੋਈ ਹੋਰ, ਤਾਂ ਉਹਦਾ ਜੋ ਬੀਜਿਆ ਹੈ ਉਹ ਹੀ ਮਿਲਣਾ ਹੈ। ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਇਹਦਾ ਨਿਯਮ ਹੈ, ਇਹ ਕਰਮ ਦਾ ਨਿਯਮ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਹੈ ਕਿ ਮਨੁੱਖਾ ਜੀਵਨ ਬੱਤਰ ਹੈ, ਇਹਦੇ ਵਿੱਚ ਜੋ ਬੀਜੇ ਸੋ ਖਾਏ। ਜੋ ਵੀ ਨਾਮ ਨੂੰ ਬੀਜੇਗਾ ਉਹ ਨਾਮ ਦੀ ਖੇਤੀ ਨੂੰ ਖਾਵੇ। ਨਾਮ ਨੂੰ ਬੀਜਣ ਵਾਸਤੇ ਕਿਹਾ ਹੈ ਕਿ ਨਾਮ ਹੀ ਬੀਜੋ। ਜਿਹੜਾ ਬੀਜੇਗਾ, ਜੋ ਬੀਜੇ ਸੋ ਖਾਏ, ਉਹ ਖਾਵੇਗਾ। ਤਿਸੇ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਏ। ਜਿਹਦੇ ਭਾਗਾਂ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਲਿਖਿਆ ਹੋਵੇਗਾ, ਉਹਨੂੰ ਇਹ ਪ੍ਰਾਪਤ ਹੋ ਜਾਵੇਗਾ। ਪਰ ਇਹਨੂੰ ਐਵੇਂ ਹੀ ਨਾ ਛੱਡ ਦਿਓ। ਕਈ ਵਾਰ ਅਸੀਂ ਜਿਹੜੀ ਗੱਲ ਨਾ ਕਰਨੀ ਹੋਵੇ ਨਾ, ਉਹਨੂੰ ਭਾਗਾਂ ਦੇ ਉੱਪਰ ਛੱਡ ਦਿੰਦੇ ਜੀ, ਭਾਗਾਂ 'ਚ ਹੀ ਹੈ ਨਹੀਂ ਜੀ। ਜੇ ਕਿਸੇ ਨੂੰ ਕਹੀਏ ਨਾ ਵੀ ਗੁਰਦੁਆਰੇ ਤੁਸੀਂ ਜਾਂਦੇ ਹੋ ਜਾਂ ਨਹੀਂ ਜਾਂਦੇ ਹੋ, ਉਹ ਜੀ ਸਾਡੇ ਭਾਗਾਂ 'ਚ ਕਿੱਥੇ ਹੈ, ਨਿਤਨੇਮ ਕਰਦੇ ਹੋ ਨਾ ਜੀ, ਭਾਗਾਂ 'ਚ ਨਹੀਂ ਇਹ ਗੱਲ ਹੈ। ਸਹਿਜ ਪਾਠ ਕਰਦੇ ਹੋ, ਸਾਡੀ ਕਿਸਮਤ 'ਚ ਕਿੱਥੇ ਹੈ। ਇੱਦਾਂ ਦੀਆਂ ਗੱਲਾਂ ਜਿਹੜੀ ਢੈਂਦੀ ਕਲਾ ਵਾਲੀਆਂ ਅਕਸਰ ਅਸੀਂ ਸੁਣਦੇ ਹਾਂ। ਜਿਹੜੀ ਗੱਲ ਨਾ ਕਰਨੀ ਹੋਵੇ ਉਹਨੂੰ ਕਿਸਮਤ ਭਾਗਾਂ ਦੇ ਖਾਤੇ ਦੇ ਵਿੱਚ ਪਾ ਦਿੰਦੇ ਹਾਂ। ਪਰ ਇੱਕ ਗੱਲ ਯਾਦ ਰੱਖੋ, ਜਿਹੜੀ ਪਹਿਲੀ ਪੰਕਤੀ ਏ ਉਹਦੇ ਵਿੱਚ ਲਿਖਿਆ ਹੈ ਨਾਮ ਬੀਜ ਬੀਜੋ। ਬੀਜਣਾ ਹੀ ਬੀਜਣਾ ਹੈ। ਤੋ ਨਾਮ ਜਪਣਾ, ਬੀਜ ਬੀਜਣਾ ਹੈ, ਫਲ ਲਾਉਣਾ ਇਹ ਮਾਲਕ ਦੀ ਮਰਜ਼ੀ ਹੈ। ਕਿਸਾਨ ਦਾ ਕਰਮ ਹੈ, ਧਰਮ ਹੈ, ਆਪਣੀ ਜ਼ਮੀਨ ਦੇ ਵਿੱਚ ਬੀਜ ਬੀਜੇ ਤੇ ਉਸ ਨੂੰ ਫਲ ਲਾਉਣਾ ਇਹ ਪਰਮਾਤਮਾ ਦੇ ਹੱਥ ਵੱਸ, ਔਰ ਅਵਸ਼ ਲਾਏਗਾ, ਕਿਉਂਕਿ ਇਹ ਵੀ ਉਹਦਾ ਨਿਯਮ ਹੈ। ਜਿਹੜਾ ਬੀਜ ਬੀਜੇਗਾ ਭਾਗਾਂ ਦੇ ਨਾਲ ਉਹਦੇ ਜੀਵਨ ਦੇ ਵਿੱਚ ਉਹਨੂੰ ਜ਼ਰੂਰ ਫਲ ਮਿਲੇਗਾ। ਤਾਂ ਇਹਦਾ ਮਤਲਬ ਇਹ ਹੈ ਕਿ ਤਿਸੇ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਏ, ਉਹਨੂੰ ਪ੍ਰਾਪਤ ਹੋ ਜਾਵੇਗਾ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੋਵੇਗਾ। ਪਰ ਲਿਖਿਆ ਉਹਦੇ ਹੋਵੇਗਾ ਜਿਹੜਾ ਬੀਜ ਬੀਜੇਗਾ, ਉਹਦਾ ਲਿਖਿਆ ਜਾਵੇਗਾ। ਜਿਹੜਾ ਬੀਜ ਬੀਜ ਦੇਵੇਗਾ, ਸਹਿਜ ਪਾਠ ਸ਼ੁਰੂ ਕਰ ਦੇਵੇਗਾ, ਲਿਖਿਆ ਜਾਵੇਗਾ। ਕਰ ਕਰ ਕਰਨਾ ਲਿਖ ਲਹਿ ਜਾਹੋ, ਇਹ ਨਿਯਮ ਹੈ। ਮਹਿਲਾ ਪੰਜਵਾਂ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ। ਜਿਤ ਖਾਧੈ ਮਨ ਤ੍ਰਿਪਤੀਐ, ਨਾਨਕ ਸਾਹਿਬ ਦਾਤ। ਮੰਗਣਾ ਤਾਂ ਸੱਚ ਇੱਕ। ਕਹਿੰਦੇ ਜੇ ਮੰਗਣਾ ਹੈ ਨਾ, ਤੇ ਮੰਗਣ ਵਾਲੀ ਇੱਕ ਸੱਚਾ ਪ੍ਰਭੂ ਹੀ ਹੈ, ਇੱਕ ਸੱਚਾ ਨਾਮ ਹੀ ਹੈ ਮੰਗਣ ਵਾਲੀ ਚੀਜ਼। ਜੇ ਮੰਗਿਆ ਜਾਵੇ, ਜੇ ਮੰਗਣਾ ਹੋਵੇ ਤਾਂ ਫਿਰ ਇਸ ਨਾਲੋਂ ਵੱਧ ਕੇ ਕੋਈ ਹੋਰ ਬੇਸ਼ਕੀਮਤੀ ਵਸਤ ਨਹੀਂ ਹੈ ਮੰਗਣ ਵਾਲੀ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਵੱਖਰੀ ਗੱਲ ਹੈ ਕਿ ਸਾਡੇ ਸਤਿਗੁਰਾਂ ਨੇ, ਸਾਡੇ ਪੁਰਖਿਆਂ ਨੇ ਸਾਨੂੰ ਜਿੱਥੇ ਇੱਕ ਪ੍ਰਭੂ ਦੇ ਨਾਮ ਦੇ ਨਾਲ ਜੋੜਿਆ ਹੈ, ਉੱਥੇ ਦੁਨਿਆਵੀ ਤੌਰ ਤੇ ਸਾਡਾ ਮਨ ਖਿੰਡਤ ਰਹਿੰਦਾ ਹੈ। ਧਨ ਪਦਾਰਥ ਵਸਤੂਆਂ ਦੀ ਲਾਲਸਾ, ਲਾਲਚ ਬਣਿਆ ਰਹਿੰਦਾ ਹੈ, ਜਿਹਦੀ ਪ੍ਰਾਪਤੀ ਵਾਸਤੇ ਅਸੀਂ ਇੱਧਰ ਉੱਧਰ ਝਾਕਦੇ ਹਾਂ।
ਜਿਵੇਂ ਸਾਨੂੰ ਕੋਈ ਕਹਿੰਦਾ ਹੈ ਉਵੇਂ ਕਦੀ ਕਿਤੇ ਸੁੱਖਣ ਲੱਗ ਪੈਂਦੇ ਆ, ਕਦੀ ਕਿਸੇ ਬੰਦੇ ਦੇ ਮਗਰ ਲੱਗ ਪੈਂਦੇ ਆ, ਕਿਸੇ ਸਾਈਂ ਦੇ, ਕਿਸੇ ਫਕੀਰ ਦੇ। ਜਿਹੜੇ ਬੰਦੇ ਅਖਵਾਉਣ ਦੇ ਯੋਗ ਨਹੀਂ ਹੈ ਉਹਨਾਂ ਨੂੰ ਅਸੀਂ ਰੱਬ ਬਣਾ ਕੇ ਬਿਠਾ ਦਿੰਦੇ ਨੇ। ਸੁਲਫਿਆਂ ਤੇ ਹੋਰ ਨਸ਼ਿਆਂ ਦੇ ਵਿੱਚ ਗਲਤ ਹੈ। ਗੁਰੂ ਨੇ ਕਹਿ ਦਿੱਤਾ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਇਸ ਕਰਕੇ ਕਹਿਣ ਲੱਗੇ ਜੇ ਕੁਝ ਮੰਗਣਾ, ਜੇ ਕੁਝ ਲੈਣਾ ਤੇ ਮੰਗਣਾ ਵੀ ਦਾਤੇ ਦੇ ਕੋਲੋਂ, ਭਿਖਾਰੀਆਂ ਦੇ ਕੋਲੋਂ, ਮੰਗਤਿਆਂ ਦੇ ਕੋਲੋਂ ਕੀ ਮੰਗਣਾ ਹੋਇਆ। ਜਿਹੜੇ ਆਪ ਮੰਗਣ ਵਾਲੇ ਨੇ ਦੱਸੋ ਉਹਨਾਂ ਦੇ ਕੋਲੋਂ ਹੀ ਮੰਗਣ ਤੁਰ ਪਈਏ। ਇੱਕ ਗੱਲ ਬੜੀ ਸਪਸ਼ਟ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰਾ ਸੰਸਾਰ, ਸਾਰਾ ਜਗਤ ਭਿਖਾਰੀ ਹੈ, ਮੰਗਤਾ ਹੈ। ਦੇਣ ਵਾਲਾ ਕੇਵਲ ਇੱਕੋ ਹੀ ਦਾਤਾ ਹੈ। ਦੇਣ ਵਾਲਾ ਦਾਤਾ केवल एक है, दद्दा दाता एक है, सबको देवनहार। आखो सारे, दद्दा दाता एक है, दद्दा दाता एक है, एक दाता है। ਤੇ ਫਿਰ ਜਦੋਂ ਅਸੀਂ ਥਾਂ ਥਾਂ ਤੇ ਸੁੱਖਣਾ ਸੁੱਖਦੇ ਹਾਂ, ਮੰਗਤਾ ਮੰਗਦੇ ਹਾਂ, ਉਦੋਂ ਨਹੀਂ ਚੇਤੇ ਰਹਿੰਦਾ ਵੀ ਦਾਤਾ ਤਾਂ ਇੱਕ ਹੀ ਹੈ। ਇੱਧਰ ਕਿੱਧਰ ਲੱਗੇ ਫਿਰਦੇ ਆ, ਤੁਰੇ ਫਿਰਦੇ ਆ। ਗੁਰੂ ਨੂੰ ਛੱਡ ਕੇ, ਗੁਰੂ ਦੀ ਸਿੱਖਿਆ ਨੂੰ ਛੱਡ ਕਰਕੇ, ਇੱਕ ਮਾਲਕ ਨੂੰ ਛੱਡ ਕੇ ਅਸੀਂ ਕਿਹਦੇ ਅੱਗੇ ਹੱਥ ਅੱਡ ਰਹੇ ਹਾਂ, ਕਿਹਦੇ ਅੱਗੇ ਝੋਲੀ ਅੱਡ ਰਹੇ ਹਾਂ, ਜਿਹੜੇ ਖੁਦ ਮੰਗਤੇ ਨੇ। ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦੇਣ ਵਾਲਾ ਇੱਕ ਪ੍ਰਭੂ, ਇੱਕ ਮਾਲਕ ਹੀ ਹੈ, ਸਭਨਾਂ ਦਾ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹੀ ਗੁਰੂ ਅੱਗੇ ਅਰਦਾਸ ਕਰਨ ਦੀ ਸਾਨੂੰ ਯਾਦ ਦੱਸੀ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਿ ਜੋ ਸਾਰਿਆਂ ਜੀਵਾਂ ਦਾ, ਇਹ ਨਹੀਂ ਮੇਰਾ ਹੀ ਇਕੱਲਾ ਹੈ, ਜਾਂ ਕੋਈ ਕਵੇ ਹਿੰਦੂਆਂ ਦਾ ਦਾਤਾ, ਜਾਂ ਕੋਈ ਮੁਸਲਮਾਨਾਂ ਦਾ ਦਾਤਾ, ਜਾਂ ਕੋਈ ਕਿ ਈਸਾਈਆਂ ਦਾ ਦਾਤਾ, ਬੋਧੀਆਂ ਦਾ ਦਾਤਾ ਵੱਖਰਾ, ਇਹਨਾਂ ਦਾ ਦਾਤਾ ਵੱਖਰਾ ਤੇ ਉਹਨਾਂ ਨੂੰ ਦੇਣ ਵਾਲਾ ਵੱਖਰਾ ਹੈ। ਸਭਨਾ ਜੀਆਂ, ਜਿੰਨੇ ਵੀ ਜੀ ਨੇ, ਸਾਰਿਆਂ ਜੀਵਾਂ ਦਾ ਮਾਲਕ ਨੇ ਕਹਿਤਾ ਇੱਕੋ ਹੀ ਦਾਤਾ ਹੈ, ਇੱਕੋ ਹੀ ਦੇਣ ਵਾਲਾ ਹੈ, ਉਹਦੇ ਕੋਲੋਂ ਮੰਗੀਏ। ਅੱਗੇ ਚੱਲ ਕਰਕੇ ਫਿਰ ਇਹ ਵੀ ਕਹਿ ਦਿੱਤਾ ਵੀ ਜੇ ਹੁਣ ਮੰਗਣ ਦੀ ਗੱਲ ਆਈ ਏ ਤੇ ਫਿਰ ਇਹ ਵੀ ਸੁਣ ਲਓ ਵੀ ਮੰਗਣਾ ਕੀ ਹੈ। ਐਵੇਂ ਫਾਲਤੂ ਦੀਆਂ ਚੀਜ਼ਾਂ ਨਹੀਂ ਮੰਗਣੀਆਂ, ਐਵੇਂ ਦੀਆਂ ਚੀਜ਼ਾਂ ਨਹੀਂ ਮੰਗਣੀਆਂ, ਨਾਸ਼ਵੰਤ ਚੀਜ਼ਾਂ ਨਹੀਂ ਮੰਗਣੀਆਂ, ਬਿਨਸਣ ਵਾਲੀਆਂ ਚੀਜ਼ਾਂ ਨਹੀਂ ਮੰਗਣੀਆਂ। ਮੰਗਣੀ ਹੈ ਉਹ ਚੀਜ਼ ਜਿਹੜੀ ਬਿਨਸਣ ਵਾਲੀ ਨਾ ਹੋਵੇ, ਜਿਹੜੀ ਮਿਟਣ ਵਾਲੀ ਨਾ ਹੋਵੇ, ਜਿਹੜੀ ਮੁੱਕਣ ਵਾਲੀ ਨਾ ਹੋਵੇ, ਉਹ ਚੀਜ਼ ਮੰਗਣੀ ਹੈ। ਇਸ ਕਰਕੇ ਮਹਾਰਾਜ ਨੇ ਕਹਿ ਦਿੱਤਾ ਕਿ ਕਹੋ ਸਾਰੇ ਵਿਣ ਤੁਧ ਹੋਰ, ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੈ ਵਾਹਿਗੁਰੂ, ਤੇਰੇ ਨਾਮ ਤੋਂ ਬਿਨਾ ਜੋ ਕੁਝ ਵੀ ਹੋਰ ਮੰਗਣਾ ਹੈ, ਇਹ ਸਮਝ ਲਓ ਦੁੱਖਾਂ ਤੇ ਸਿਰ ਦੁੱਖ ਸਹੇੜਨ ਵਾਲੀ ਗੱਲ ਹੈ। ਸਿਰ ਦੁੱਖਾਂ ਕੇ ਦੁੱਖ ਦਾ ਮਤਲਬ ਹੈ ਕਿ ਦੁੱਖਾਂ ਨਾਲੋਂ ਵੱਡੇ ਦੁੱਖ ਸਹੇੜਨੇ ਨੇ ਕੁਝ ਹੋਰ ਮੰਗਣਾ ਜਿਹੜਾ ਹੈ। ਨਾਮ ਨੂੰ ਛੱਡ ਕੇ, ਰੱਬੀ ਦਾਤ ਨੂੰ, ਸੱਚ ਨੂੰ ਛੱਡ ਕੇ ਹੋਰ ਕੁਝ ਵੀ ਜੋ ਕੁਝ ਵੀ ਮੰਗਣਾ ਹੈ, ਇਹ ਦੁੱਖਾਂ ਸਿਰ ਦੁੱਖ ਸਹੇੜਨ ਵਾਲੀ ਗੱਲ ਹੈ। ਗੁਰੂ ਕੋਲੋਂ ਮੰਗਣਾ ਹੈ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗਣਾ ਤਾਂ ਸੱਚ ਇੱਕ, ਇੱਕ ਨੂੰ ਮੰਗ, ਇੱਕ ਪ੍ਰਭੂ, ਇੱਕ ਨਾਮ ਦੀ ਦਾਤ ਮੰਗ। ਅਰਦਾਸ ਕਰ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
नानक चाओ, नानक चाओ। ਇਹ ਮੰਗ ਗੁਰੂ ਦੇ ਕੋਲੋਂ ਇਹ ਸ੍ਰੇਸ਼ਟ ਮੰਗ ਹੈ। ਮਹਾਰਾਜ ਕਹਿੰਦੇ ਨੇ ਇਹ ਉਹਨੂੰ ਮਿਲਦੀ ਹੈ ਜਿਸ ਤੁਸ ਦੇਵੈ ਆਪ। ਤੁਸ ਦਾ ਮਤਲਬ ਹੈ ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਜਿਹੜਾ ਜਾਚਨਾ ਕਰਦਾ ਹੈ, ਜਿਹੜਾ ਅਰਦਾਸ ਕਰਦਾ ਹੈ, ਨਾਮ ਦੇ ਲਈ ਝੋਲੀ ਅੱਡਦਾ ਹੈ ਗੁਰੂ ਦੇ ਅੱਗੇ, ਦੀਜੇ ਬੁੱਧ ਵਿਵੇਕਾਂ, ਉਹਨੂੰ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਮਾਲਕ ਇਹ ਨਾਮ ਦੀ ਦਾਤ ਦਿੰਦਾ ਹੈ। ਇਹ ਦੇਣ ਵਾਲਾ ਉਹ ਆਪੇ ਹੀ ਹੈ। ਜਿਤ ਖਾਧੇ ਮਨ ਤ੍ਰਿਪਤੀਏ, ਨਾਨਕ ਸਾਹਿਬ ਦਾਤ। ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਖਾ ਕੇ ਮਨ ਮਾਇਆ ਦੀ ਤ੍ਰਿਸ਼ਨਾ ਦੇ ਵੱਲੋਂ ਰੱਜ ਜਾਂਦਾ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿੰਨਾ ਮਰਜ਼ੀ ਇਕੱਠੇ ਕਰ ਲਈਏ ਪਦਾਰਥ, ਧਨ, ਦੌਲਤ, ਬੰਦਾ ਰੱਜਦਾ ਨਹੀਂ, ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ। ਨਾਨਕ ਭੁੱਖਾ ਤਾਂ ਰੱਜੇ, ਜਾਂ ਗੁਣ ਕਹਿ ਗੁਣੀ ਸਮਾਏ। ਜਦੋਂ ਉਹਦੇ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ, ਉਸ ਦੇ ਆਤਮਿਕ ਗੁਣਾਂ ਨੂੰ ਆਪਣੇ ਜੀਵਨ 'ਚ ਧਾਰਨ ਕਰ ਲੈਂਦਾ ਹੈ, ਇਹ ਭੋਜਨ ਛਕਣਾ ਹੈ, ਉਹਦਾ ਹੀ ਉਧਾਰ ਹੋਣਾ ਹੈ। ਜਿਤ ਖਾਧੈ ਮਨ ਤ੍ਰਿਪਤੀਏ, ਜਿਹੜਾ ਨਾਮ ਭੋਜਨ ਨੂੰ, ਆਤਮਿਕ ਖੁਰਾਕ ਨੂੰ ਲੈਂਦਾ ਹੈ, ਖਾਂਦਾ ਹੈ, ਉਹਦਾ ਮਨ ਮਾਇਆ ਦੀ ਤ੍ਰਿਸ਼ਨਾ ਦੇ ਵੱਲੋਂ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਨਾਨਕ ਸਾਹਿਬ ਦਾਤ। ਇਹ ਦਾਤ ਹੈ, ਇਹ ਸਾਹਿਬ ਦੀ ਦਾਤ ਹੈ। ਅਸੀਂ ਹੋਰ ਦਾਤਾਂ ਦੇ ਪਿੱਛੇ ਪਏ ਰਹਿੰਦੇ ਹਾਂ, ਇਸ ਨਾਲੋਂ ਵੱਡੀ ਕੋਈ ਦਾਤ ਨਹੀਂ ਹੈ। ਸਭ ਨਾਲੋਂ ਵੱਡੀ ਦਾਤ ਹੈ ਜਿਹਦੇ ਨਾਲ ਮਨ ਰੱਜ ਜਾਵੇ। ਪੌੜੀ ਵਿੱਚ ਪਾਤਸ਼ਾਹ ਕਹਿੰਦੇ ਨੇ ਲਾਹਾ ਜਗ ਮੈਂ ਸੇ ਖਟੈ, ਜਿਨ ਹਰ ਧਨ ਰਾਸ। ਜਿਨ੍ਹਾਂ ਦੇ ਕੋਲ ਗੁਰੂ ਦੇ ਬਖਸ਼ੇ ਹੋਏ ਨਾਮ ਦੀ, ਹਰੀ ਦੇ ਧਨ ਦੀ ਰਾਸ ਹੈ, ਉਹ ਜਗਤ ਦੇ ਵਿੱਚ ਲਾਭ ਖੱਟਦੇ ਨੇ, ਉਹਨਾਂ ਨੂੰ ਜੀਵਨ ਦੇ ਵਿੱਚ ਲਾਹਾ ਮਿਲਦਾ ਹੈ। ਜਿਨ੍ਹਾਂ ਨੇ ਬੀਜ ਬੀਜਿਆ ਹੈ ਉਹਨਾਂ ਨੂੰ ਫਸਲ ਮਿਲਣੀ, ਉਹਨਾਂ ਦੇ ਘਰ ਬੋਲ ਜੰਮ ਕੇ ਆਵੇਗਾ, ਉਹਨਾਂ ਦੇ ਘਰ ਫਸਲ ਆਵੇਗੀ। ਇਹ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਲਾਭ ਮਿਲੇਗਾ। ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ। ਜਿਹੜੇ ਦਵੈਤ ਭਾਵ ਨੂੰ ਨਹੀਂ ਜਾਣਦੇ, ਇੱਕੋ ਹੀ ਸੱਚੇ ਦੀ ਆਸ ਰੱਖਦੇ ਨੇ, ਇੱਕ ਮਾਲਕ ਦੀ ਆਸ ਰੱਖਦੇ ਨੇ, ਇੱਕ ਤੋਂ ਸਿਵਾ ਹੋਰ ਕਿਸੇ ਵੱਲ ਨਹੀਂ ਦੇਖਦੇ। ਅਵਰ ਨਾ ਜਾਣਾ ਦੂਆ ਤੀਆ। ਅੰਮ੍ਰਿਤ ਛਕੇ ਦਾ ਮਤਲਬ ਇਹ ਹੈ, ਗੁਰੂ ਨੇ ਅੰਮ੍ਰਿਤ ਦਿੱਤਾ, ਗੁਰੂ ਕੋਲੋਂ ਛਕਿਆ, ਲਿਆ, ਅੰਮ੍ਰਿਤ ਪੀਆ, ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਪਰ ਹੱਦ ਹੁੰਦੀ ਹੈ, ਉਹ ਜਦੋਂ ਵੇਖੀਦਾ ਹੈ ਕੋਈ ਹਮਨ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਕੋਈ ਕਿਸੇ ਕਰਮ ਦੇ ਵਿੱਚ ਫਸਿਆ ਹੈ, ਕੋਈ ਕਿਸੇ ਦੇਵਤੇ ਨੂੰ ਧਿਆ ਰਿਹਾ ਹੈ। ਜਿਨ੍ਹਾਂ ਦਾ ਧਰਮ ਹੈ ਭਾਈ, ਉਹ ਧਿਆਉਣ, ਮੁਬਾਰਕ ਹੈ ਉਹਨਾਂ ਨੂੰ। ਪਰ ਇੱਕ ਸਿੱਖ ਅੰਮ੍ਰਿਤ ਛਕਣ ਵਾਲਾ, ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਹ ਇਹੋ ਜਿਹੇ ਕਰਮ ਕਾਂਡ ਕਰਦਾ ਫਿਰੇ, ਤੇ ਫਿਰ ਉਹਨੂੰ ਕੀ, ਉਹਦਾ ਅਰਥ ਕੀ ਰਹਿ ਗਿਆ? ਅਵਰ ਨਾ ਜਾਣਾ ਦੂਆ ਤੀਆ, ਮੈਂ ਦੂਏ ਤੀਏ ਨੂੰ ਨਹੀਂ ਜਾਣਦਾ। ਇਹਦਾ ਮਤਲਬ ਇਹੀ ਹੈ ਨਾ, ਮਹਾਰਾਜ ਨੇ ਬਾਣੀ 'ਚ ਕਿਹਾ ਵੀ ਮੈਂ ਨਹੀਂ ਕਿਸੇ ਨੂੰ ਆਪਣੀ ਅੱਖਾਂ ਤਲੇ ਲੈ ਕੇ ਆਉਂਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੀ, ਜਦੋਂ ਤੋਂ ਤੇਰੇ ਚਰਨ ਫੜੇ ਨੇ। ਇਹ ਦੂਜਾ ਭਾਉ, ਦੁਤੀਆ ਭਾਉ ਨਾ ਜਾਣਨੀ। ਦਵੈਤ ਭਾਵ ਦੂਜਾ ਭਾਉ ਨੂੰ ਹੀ ਜਾਣਦੇ ਉਹ, ਜਿਨ੍ਹਾਂ ਨੂੰ ਸੱਚੇ ਦੀ ਆਸ ਹੁੰਦੀ ਹੈ, ਇੱਕ ਸੱਚੇ ਦੀ ਆਸ ਦੇ ਵਿੱਚ ਹੀ ਰਹਿੰਦੇ ਨੇ। ਨਿਹਚਲ ਏਕ ਸਰੇਵਿਆ, ਹੋਰ ਸਭ ਵਿਨਾਸ਼। ਉਹ ਗੁਰਮੁਖ ਜਨ, ਉਹ ਰੱਬ ਦੇ ਜਨ ਸੇਵਕ, ਸਦਾ ਰਹਿਣ ਵਾਲੇ। ਨਿਹਚਲ ਦਾ ਮਤਲਬ ਹੈ ਜਿਹੜਾ ਅਡੋਲ ਹੈ, ਸਦਾ ਰਹਿਣ ਵਾਲਾ ਹੈ। ਉਹ ਇੱਕ ਪ੍ਰਮਾਤਮਾ ਹੀ ਸਦਾ ਰਹਿਣ ਵਾਲਾ ਹੈ, ਉਹਨੂੰ ਹੀ ਸਿਮਰਦੇ ਹਨ। ਹੋਰ ਸਭ ਵਿਣਸਣ ਵਾਲੇ ਹਨ, ਇੱਕ ਰਹਿਣ ਵਾਲਾ ਹੈ, ਬਾਕੀ ਸਾਰੇ ਵਿਣਸਣ ਵਾਲੇ ਨੇ। ਰਹਿਣ ਵਾਲਾ ਕੇਵਲ ਇੱਕ ਮਾਲਕ ਹੀ ਹੈ। ਜਿਨ੍ਹਾਂ ਨੇ ਇਹ ਜਾਣ ਲਿਆ, ਸਮਝ ਲਿਆ। ਪਾਰ ਬ੍ਰਹਮ ਜਿਸ ਵਿਸਰੈ, ਤਿਸ
ਪਾਤਸ਼ਾਹ ਕਹਿੰਦੇ ਨੇ ਬਿਰਥਾ ਸਾਸ, ਜਿਹਨੂੰ ਪਾਰ ਬ੍ਰਹਮ ਭੁੱਲ ਗਿਆ, ਜਿਹਨੂੰ ਕਰਤਾ ਪੁਰਖ ਵਿਸਰ ਗਿਆ, ਜਿਹਨੇ ਆਪਣੇ ਜੀਵਨ ਦਾਤੇ ਨੂੰ ਸਵਾਸ ਦੇਣ ਵਾਲੇ, ਸਰੀਰ ਤਨ ਧਨ ਦੌਲਤ ਸਭ ਕੁਝ ਦੇਣ ਵਾਲੇ ਨੂੰ ਜਿਹਨੇ ਭੁਲਾ ਦਿੱਤਾ, ਉਹਦੇ ਕੋਲ ਰਿਹਾ ਕੀ? ਉਹਦੇ ਸਾਹ ਬਿਰਥੇ ਚਲੇ ਗਏ, ਵਿਅਰਥ ਚਲੇ ਗਏ, ਉਹਦਾ ਜੀਵਨ ਬਿਰਥਾ ਚਲਾ ਗਿਆ। ਜਿਸ ਨੂੰ ਪਾਰ ਬ੍ਰਹਮ ਵਿਸਰ ਗਿਆ। ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ। ਸਾਹਿਬ ਕਹਿੰਦੇ ਨੇ ਮਾਲਕ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਆਪਣੇ ਜੀਵਨ ਵਿੱਚ ਨਾਮ ਦਾ ਬੀਜ ਬੀਜਦੇ ਨੇ, ਖੇਤੀ ਬੀਜਦੇ ਹਨ, ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਨੇ, ਬਾਕੀ ਨਾਸ਼ਵੰਤ ਸਮਝਦੇ ਹਨ, ਉਹਨਾਂ ਨੂੰ ਉਹਨਾਂ ਦੇ ਆਤਮਿਕ ਜੀਵਨ ਨੂੰ ਮਾਲਕ ਬਚਾ ਲੈਂਦਾ ਹੈ। ਆਪਣੇ ਕੰਠ ਨਾਲ ਲਾ ਕੇ, ਗਲੇ ਨਾਲ ਲਾ ਕੇ ਰੱਖਦਾ ਹੈ। ਕੰਠ ਲਾਏ ਜਨ ਰੱਖਿਆ, ਉਹਨਾਂ ਜਨਾਂ ਨੂੰ ਵਾਹਿਗੁਰੂ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਾਤਸ਼ਾਹ ਕਹਿੰਦੇ ਨੇ ਨਾਨਕ ਬਲ ਜਾਸ, ਦਾਸ ਨਾਨਕ ਸਦਕੇ ਜਾਂਦਾ ਹੈ ਉਹਨਾਂ ਤੋਂ ਤੇ ਐਸੇ ਮਾਲਕ ਤੋਂ ਜਿਹੜਾ ਗਲ ਨਾਲ ਲਾਉਣ ਵਾਲਾ ਹੈ। ਸੋ ਸਾਹਿਬ ਕਿਰਪਾ ਕਰਨ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਗੁਰੂ ਦੇ ਸ਼ਬਦ ਬਾਣੀ ਨੂੰ ਜਾਣੀਏ, ਸਮਝੀਏ। ਅੱਜ 2 ਨਵੰਬਰ ਹੈ, ਇੱਕ ਬੜਾ ਵੱਡਾ ਦੁਖਾਂਤ ਹੈ ਕੌਮ ਦੀ ਨਸਲ ਕੁਸ਼ੀ ਜਿਨ੍ਹਾਂ ਨੇ ਕੀਤੀ ਨਵੰਬਰ 1984 ਦੇ ਵਿੱਚ, ਗਲਾਂ ਦੇ ਵਿੱਚ ਟਾਇਰ ਪਾ ਪਾ ਕੇ, ਪੋ ਕਰਕੇ ਜਿੱਥੇ ਕਿਤੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਬੱਚਿਆਂ, ਬਜ਼ੁਰਗਾਂ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ। ਉਹਨਾਂ ਦੀ ਯਾਦ ਦੇ ਵਿੱਚ ਪਰਸੋਂ ਰੋਜ਼ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। 9:30 ਵਜੇ ਭੋਗ ਪੈਣੇ ਨੇ। ਉਪਰੰਤ ਪੰਥਕ ਸ਼ਖਸੀਅਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ, ਸ਼ਰਧਾ ਦੇ ਫੁੱਲ ਅਰਪਿਤ ਕਰਨੇ ਹਨ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਸਤਿਗੁਰੂ ਕਿਰਪਾ ਕਰਨ, ਇਹੋ ਜਿਹੇ ਲੋਕਾਂ ਨੂੰ ਸਮੱਤ ਬਖਸ਼ਿਸ਼ ਕਰਨ ਜਿਹੜੇ ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਨਫ਼ਰਤ ਫੈਲਾਉਣ ਵਾਲਿਆਂ ਨੂੰ ਅਕਲ ਆਵੇ। ਗੁਰੂ ਮਹਾਰਾਜ ਕਿਰਪਾ ਕਰਨ। ਭੁੱਲਾਂ ਦੀ ਖਿਮਾ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਭੁੱਲਾਂ ਬਖਸ਼ ਲੈਣੀਆਂ ਸਤਿਗੁਰੂ ਬਖਸ਼ਿੰਦ ਹਨ। ਫਤਿਹ ਦੀ ਸਾਂਝ ਕਰੀਏ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।